ਵਿਦਿਆਰਥੀਓ, ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਿਲੇਬਸ ਦੇ ਵਿੱਚ ਮਿੱਥ ਕਥਾਵਾਂ ਦਰਜ ਕੀਤੀਆਂ ਗਈਆਂ ਨੇ। ਜਿਹੜੀਆਂ ਮਿੱਥ ਕਥਾਵਾਂ ਹੁੰਦੀਆਂ ਨੇ, ਇਹ ਸਾਹਿਤ ਦਾ ਜਿਹੜਾ ਕਥਾ ਸਾਹਿਤ ਹੈ, ਇਹਦਾ ਅਸੀਂ ਇਹਨੂੰ ਮੁੱਢਲਾ ਰੂਪ ਵੀ ਮੰਨਦੇ ਹਾਂ ਅਤੇ ਇੱਕ ਮਹੱਤਵਪੂਰਨ ਹਿੱਸਾ ਵੀ ਮੰਨਦੇ ਹਾਂ। ਜਿਹੜੀ ਮਿੱਥ ਕਥਾ ਹੁੰਦੀ ਹੈ, ਇਹਦੇ ਵਿੱਚ ਮਿੱਥ ਪ੍ਰਧਾਨ ਹੁੰਦੀ ਹੈ। ਹੋ ਸਕਦਾ ਹੈ ਕਿ ਜਿਹੜੀ ਕੋਈ ਕਥਾ ਕਹਾਣੀ ਜਿਹਦਾ ਅਸੀਂ ਜ਼ਿਕਰ ਕਰਦੇ ਹਾਂ, ਉਹਦਾ ਬਹੁਤ ਪੁਰਾਣੇ ਸਮਿਆਂ ਵਿੱਚ ਕੋਈ ਉਹ ਬੀਜ ਰੂਪ ਦੇ ਵਿੱਚ ਕਿਤੇ ਵਾਪਰੀ ਵੀ ਹੋਵੇ, ਲੇਕਿਨ ਉਹਦਾ ਵਾਪਰਨਾ ਜਾਂ ਉਹਦਾ ਕੋਈ ਇਤਿਹਾਸਕ ਹਵਾਲਾ ਮਿਲਣਾ ਜ਼ਰੂਰੀ ਨਹੀਂ। ਮੁੱਖ ਤੌਰ ਦੇ ਉੱਤੇ ਇਹ ਮਿਥੀ ਗਈ ਕਥਾ ਹੁੰਦੀ ਹੈ, ਪਰ ਕਥਾ ਸਾਹਿਤ ਵਿੱਚ ਇਹਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੁੰਦਾ। ਜਿਵੇਂ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਤੁਹਾਡੀ 11ਵੀਂ ਦੀ ਜਿਹੜੀ ਲਾਜ਼ਮੀ ਪੰਜਾਬੀ ਹੈ, ਉਹਦੇ ਵਿੱਚ ਮਿੱਥ ਕਥਾਵਾਂ ਦੇ ਵਿੱਚ ਪਹਿਲੀ ਕਥਾ ਪ੍ਰਹਲਾਦ ਭਗਤ ਹੈ ਅਤੇ ਦੂਜੀ ਨਲ ਦਮਯੰਤੀ। ਅੱਜ ਅਸੀਂ ਹੁਣ ਨਲ ਦਮਯੰਤੀ ਕਥਾ ਦੇ ਉੱਤੇ ਥੋੜ੍ਹੀ ਜਿਹੀ ਵਿਚਾਰ ਚਰਚਾ ਕਰਾਂਗੇ। ਨਲ ਦਮਯੰਤੀ ਕਥਾ ਸਾਡੀ ਲਾਜ਼ਮੀ ਪੰਜਾਬੀ ਦੀ ਪਾਠ ਪੁਸਤਕ 11ਵੀਂ ਜਮਾਤ ਵਾਲੀ ਵਿੱਚ ਦਰਜ ਹੈ। ਇਹ ਕਥਾ ਇੱਕ ਮਿੱਥ ਕਥਾ ਹੈ। ਇਸ ਵਿੱਚ ਨਿਸ਼ਦ ਦੇਸ਼ ਦੇ ਵੀਰਸੈਨ ਨਾਂ ਦੇ ਰਾਜੇ ਦੇ ਪੁੱਤਰ ਨਲ ਅਤੇ ਵਿਦਰਭ ਨਾਂ ਦੇ ਦੇਸ਼ ਵਿੱਚ ਭੀਮ ਨਾਂ ਦੇ ਰਾਜੇ ਦੀ ਪੁੱਤਰੀ ਯਾਨੀ ਕਿ ਰਾਜਕੁਮਾਰੀ ਦਮਯੰਤੀ ਦੇ ਜੀਵਨ, ਉਹਨਾਂ ਦੇ ਪਿਆਰ, ਉਹਨਾਂ ਦੇ ਵਿਛੋੜੇ ਅਤੇ ਉਹਨਾਂ ਦੇ ਪੁਨਰ ਮਿਲਾਪ ਦੀ ਗੱਲ ਕੀਤੀ ਗਈ ਹੈ। ਕਥਾ ਵਿੱਚ ਜ਼ਿਕਰ ਆਉਂਦਾ ਹੈ ਕਿ ਰਾਜਾ ਨਲ ਜਿਹੜਾ ਹੈ, ਉਹ ਬਹੁਤ ਅੱਛਾ ਘੋੜ ਸਵਾਰ ਹੈ, ਬਹੁਤ ਵਧੀਆ ਤਰੀਕੇ ਨਾਲ ਘੋੜੇ ਭਜਾਉਂਦਾ ਹੈ। ਜਿਹੜੀ ਦਮਯੰਤੀ ਹੈ, ਉਹ ਵੀ ਅਨੇਕਾਂ ਗੁਣਾਂ ਦੀ ਮਾਲਕ ਹੈ, ਖੂਬਸੂਰਤ ਹੈ ਔਰ ਬੜੀ ਬੁੱਧੀਮਾਨ ਹੈ। ਨਲ ਅਤੇ ਦਮਯੰਤੀ ਇੱਕ ਦੂਜੇ ਦੇ ਨੇੜੇ ਹੁੰਦੇ ਨੇ। ਦਮਯੰਤੀ ਜਦੋਂ ਜਵਾਨ ਹੁੰਦੀ ਹੈ, ਉਹਦੇ ਪਿਤਾ ਵੱਲੋਂ ਇੱਕ ਸਵੰਬਰ ਦਾ ਆਯੋਜਨ ਕੀਤਾ ਜਾਂਦਾ ਹੈ। ਸਵੰਬਰ ਰਚਾਇਆ ਜਾਂਦਾ ਅਤੇ ਸਵੰਬਰ ਦੇ ਵਿੱਚ ਦੂਰੋਂ ਦੂਰੋਂ ਰਾਜੇ ਅਤੇ ਰਾਜਕੁਮਾਰ ਜਿਹੜੇ ਹੈਗੇ ਆ, ਉਹ ਪਹੁੰਚਦੇ ਆ। ਦਮਯੰਤੀ ਲਈ, ਕਿਉਂਕਿ ਉਹ ਮੰਨ ਬੈਠੀ ਆ ਨਲ ਨੂੰ ਆਪਣਾ ਪਤੀ, ਪਰ ਬਹੁਤ ਸਾਰੇ ਲੋਕਾਂ ਨੇ ਭੇਖ ਧਾਰਿਆ ਹੁੰਦਾ ਅਤੇ ਨਲ ਨੂੰ ਪਛਾਣਨਾ ਕਾਫੀ ਔਖਾ ਹੋ ਜਾਂਦਾ। ਪਰ ਕੁਝ ਸਮੇਂ ਬਾਅਦ ਉਹ ਦੇਵਤਿਆਂ ਨਾਲੋਂ ਨਲ ਨੂੰ ਵੱਖਰਾ ਪਛਾਣ ਲੈਂਦੀ ਹੈ, ਕਿਉਂਕਿ ਉਹ ਦੇਖਦੀ ਹੈ, ਤੇਜ਼ ਬੁੱਧੀ ਦੀ ਮਾਲਕ ਹੋਣ ਕਰਕੇ ਉਹ ਸਮਝ ਲੈਂਦੀ ਹੈ ਕਿ ਬਹੁਤੇ ਜਿਹੜੇ ਆਏ ਹੋਏ ਉੱਥੇ ਸਵੰਬਰ ਦੇ ਵਿੱਚ ਰਾਜਕੁਮਾਰ ਨੇ, ਉਹਨਾਂ ਦੇ ਸਰੀਰ ਉੱਪਰ ਮੁੜਕੇ ਦੀ ਬੂੰਦ ਨਹੀਂ, ਉਹਨਾਂ ਦੀਆਂ ਪਲਕਾਂ ਵੀ ਨਹੀਂ ਹਿਲਦੀਆਂ, ਅੱਖਾਂ ਉਹਨਾਂ ਦੀਆਂ ਖੜੋਤ ਵਿੱਚ ਨੇ, ਪੈਰ ਵੀ ਧਰਤੀ ਨੂੰ ਨਹੀਂ ਛੂੰਹਦੇ ਅਤੇ ਉਹਨਾਂ ਦਾ ਪਰਛਾਵਾਂ ਵੀ ਨਹੀਂ ਬਣਦਾ। ਸੋ ਉਹ ਇਸ ਗੱਲ ਨੂੰ ਜੱਜ ਕਰ ਲੈਂਦੀ ਹੈ ਕਿ ਨਲ ਕੌਣ ਹੈ ਅਤੇ ਉਹ ਵਰਮਾਲਾ ਜਿਹੜੀ ਹੈ ਉਹ ਨਲ ਦੇ ਗਲ ਵਿੱਚ ਪਾ ਦਿੰਦੀ ਹੈ। ਉਸ ਤੋਂ ਬਾਅਦ ਦੇਵਤੇ ਵੀ ਇਸ ਚੀਜ਼ 'ਤੇ ਖੁਸ਼ ਹੁੰਦੇ ਨੇ, ਉਹਨਾਂ ਨੂੰ ਆਸ਼ੀਰਵਾਦ ਦਿੰਦੇ ਨੇ ਅਤੇ ਉਹ ਖੁਸ਼ੀ ਖੁਸ਼ੀ ਰਹਿਣ ਲੱਗ ਜਾਂਦੇ ਨੇ। ਤਾਂ ਉਹਨਾਂ ਦੀ ਘਰ ਗ੍ਰਸਤੀ ਦੀ ਜ਼ਿੰਦਗੀ ਬੜੀ ਸੋਹਣੀ ਗੁਜ਼ਰਨ ਲੱਗਦੀ ਹੈ। ਉਹਨਾਂ ਦੇ ਇੱਕ ਲੜਕਾ ਅਤੇ ਇੱਕ ਲੜਕੀ ਜਨਮ ਲੈਂਦੇ ਨੇ, ਪਰ ਕਲਯੁੱਗ ਤੋਂ ਉਹਨਾਂ ਦੀ ਜਿਹੜੀ ਖੁਸ਼ੀ ਹੈ ਬਰਦਾਸ਼ਤ ਨਹੀਂ ਹੁੰਦੀ। ਕਲਯੁੱਗ ਨਲ ਦੇ ਅੰਦਰ ਨਿਵਾਸ ਕਰਦਾ ਹੈ, ਉਹਨੂੰ ਪੁੱਠੀਆਂ ਸੋਚਾਂ ਸੋਚਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੰਦਾ ਅਤੇ ਇਸੇ ਤਹਿਤ ਸਮਾਂ ਪਾ ਕੇ ਨਲ ਜਿਹੜਾ ਹੈ, ਉਹ ਜੂਆ ਖੇਡਣ ਦਾ ਆਦੀ ਹੋ ਜਾਂਦਾ ਅਤੇ ਆਪਣੇ ਭਰਾ ਪੁਸ਼ਕਰ ਦੇ ਨਾਲ ਜਦੋਂ ਉਹ ਜੂਆ ਖੇਡਦਾ ਤਾਂ ਉਹ ਲਗਾਤਾਰ ਜੂਏ ਦੇ ਵਿੱਚ ਹਾਰਦਾ ਜਾਂਦਾ। ਦਮਯੰਤੀ ਉਹਨੂੰ ਅਜਿਹਾ ਕਰਨ ਤੋਂ ਰੋਕਦੀ ਹੈ ਅਤੇ ਉਹ ਦਮਯੰਤੀ ਤੋਂ ਵੀ ਖਫਾ ਰਹਿਣ ਲੱਗਦਾ। ਦਮਯੰਤੀ ਆਪਣੇ ਦੋਨੋਂ ਬੱਚਿਆਂ ਨੂੰ ਨਾਨਕੇ ਭੇਜ ਦਿੰਦੀ ਹੈ। ਜਦੋਂ ਨਲ ਲਗਾਤਾਰ ਪੁਸ਼ਕਰ ਕੋਲੋਂ ਯਾਨੀ ਕਿ ਆਪਣੇ ਭਰਾ ਕੋਲੋਂ ਜੂਏ ਵਿੱਚ ਹਾਰਦਾ ਜਾਂਦਾ ਅਤੇ ਆਖਿਰਕਾਰ ਉਹ ਆਪਣਾ ਸਾਰਾ ਰਾਜ ਭਾਗ, ਧਨ ਦੌਲਤ, ਸਾਰਾ ਕੁਛ ਗਵਾ ਲੈਂਦਾ ਅਤੇ ਪੁਸ਼ਕਰ ਜਿਹੜਾ ਹੈ, ਉਹ ਆਪਣੇ ਅਧੀਨ ਆਈ ਪਰਜਾ ਨੂੰ ਹੁਕਮ ਦਿੰਦਾ ਕਿ ਨਲ ਅਤੇ ਦਮਯੰਤੀ ਨਾਲ ਕਿਸੇ ਕਿਸਮ ਦਾ ਕੋਈ ਤਾਲੁਕ ਨਾ ਰੱਖਣ, ਉਹਨਾਂ ਨੂੰ ਅੰਨ ਪਾਣੀ ਵੀ ਖਾਣ ਨੂੰ ਨਾ ਦੇਣ। ਆਖਿਰਕਾਰ ਨਲ ਅਤੇ ਦਮਯੰਤੀ ਜੰਗਲ ਜਾਣ ਲਈ ਮਜਬੂਰ ਹੋ ਜਾਂਦੇ ਨੇ। ਅਨੇਕਾਂ ਔਕੜਾਂ ਝੱਲਦੇ ਉਹ ਜੰਗਲ ਦੇ ਵਿੱਚ ਤੁਰਦੇ ਜਾਂਦੇ ਨੇ। ਉਹਨਾਂ ਦਾ ਖਾਣ ਪੀਣ, ਰਹਿਣ ਸਹਿਣ ਕੁਝ ਨਹੀਂ ਰਹਿ ਜਾਂਦਾ। ਨਲ ਦੇ ਮਨ ਵਿੱਚ ਬਹੁਤ ਸਾਰੇ ਵਿਚਾਰ ਆਉਂਦੇ ਨੇ। ਦਮਯੰਤੀ ਥੱਕ ਕੇ ਜਦੋਂ ਸੌਂ ਜਾਂਦੀ ਹੈ ਤਾਂ ਨਲ ਉਹਨੂੰ ਇਕੱਲਿਆਂ ਛੱਡ ਕੇ ਚਲਿਆ ਜਾਂਦਾ। ਕਥਾ ਵਿੱਚ ਉਸ ਸਮੇਂ ਦਾ ਜ਼ਿਕਰ ਆਉਂਦਾ ਹੈ ਜਦੋਂ ਦਮਯੰਤੀ ਸਵੇਰੇ ਉੱਠਦੀ ਹੈ, ਨਲ ਉਹਦੇ ਕੋਲ ਨਹੀਂ ਹੁੰਦਾ। ਉਹ ਥਾਂ ਥਾਂ ਜੰਗਲ ਵਿੱਚ ਭਟਕਦੀ ਹੈ। ਇੱਕ ਅਜਗਰ ਉਹਨੂੰ ਖਾਣ ਦੀ ਕੋਸ਼ਿਸ਼ ਕਰਦਾ ਹੈ। ਉਸ ਤੋਂ ਬਾਅਦ ਇੱਕ ਵਿਅਕਤੀ ਆਉਂਦਾ ਜੰਗਲ ਦੇ ਵਿੱਚ, ਸ਼ਿਕਾਰੀ ਹੈ, ਉਹ ਅਜਗਰ ਨੂੰ ਤਲਵਾਰ ਨਾਲ ਮਾਰ ਦਿੰਦਾ, ਪਰ ਉਹ ਦਮਯੰਤੀ ਨੂੰ ਹਾਸਲ ਕਰਨਾ ਚਾਹੁੰਦਾ, ਪਰ ਦਮਯੰਤੀ ਕੇਵਲ ਨਲ ਨੂੰ ਪਿਆਰ ਕਰਦੀ ਹੈ ਅਤੇ ਉਹ ਆਖਰ ਲੜ ਕੇ ਉਸ ਸ਼ਿਕਾਰੀ ਨੂੰ ਮਾਰ ਦਿੰਦੀ ਹੈ।
ਜੰਗਲ ਦੇ ਵਿੱਚ ਭਟਕਦੀ ਕੁਰਲਾਉਂਦੀ ਉਹ ਪੱਥਰਾਂ ਨੂੰ, ਵਣਾਂ ਨੂੰ, ਰੁੱਖਾਂ ਨੂੰ ਨਲ ਬਾਰੇ ਪੁੱਛਦੀ ਹੈ ਅਤੇ ਫਿਰ ਉਹ ਹਰ ਬੰਦਾ ਉਹਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦਾ, ਰਿਸ਼ੀ ਮੁਨੀ ਉਹਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰਦੇ ਨੇ, ਪਰ ਉਹਦਾ ਮਨ ਜਿਹੜਾ ਉਹ ਧੀਰਜ ਵਿੱਚ ਨਹੀਂ ਆਉਂਦਾ। ਇੱਕ ਕਾਫਲੇ ਨਾਲ ਉਹ ਚੇਦੀ ਰਾਜ ਦੀ ਰਾਜਧਾਨੀ ਪਹੁੰਚ ਜਾਂਦੀ ਹੈ। ਇੱਥੋਂ ਰਾਜਮਾਤਾ ਦਮਯੰਤੀ ਦੀ ਮਾਸੀ ਹੁੰਦੀ ਹੈ ਅਤੇ ਉਹ ਦਮਯੰਤੀ ਨੂੰ ਬੜੇ ਪਿਆਰ ਨਾਲ ਆਪਣੇ ਕੋਲ ਰੱਖਦੀ ਹੈ। ਕੁਝ ਦਿਨਾਂ ਪਿੱਛੋਂ ਦਮਯੰਤੀ ਆਪਣੇ ਪਿਤਾ ਦੇ ਕੋਲ ਪਹੁੰਚ ਜਾਂਦੀ ਹੈ ਅਤੇ ਰਾਜ ਦਰਬਾਰ ਦੇ ਬ੍ਰਾਹਮਣ ਰਾਜਾ ਨਲ ਦੀ ਭਾਲ ਵਿੱਚ ਉਹਦੇ ਪਿਤਾ ਵੱਲੋਂ, ਦਮਯੰਤੀ ਦੇ ਪਿਤਾ ਵੱਲੋਂ ਭੇਜ ਦਿੱਤੇ ਜਾਂਦੇ ਨੇ। ਉੱਧਰ ਦੂਜੇ ਪਾਸੇ ਭਟਕਦਾ ਭਟਕਦਾ ਰਾਜਾ ਨਲ, ਜਿਹੜਾ ਕਿ ਹੁਣ ਰਾਜਾ ਲੱਗਦਾ ਹੀ ਨਹੀਂ, ਜਿਹਦਾ ਸਰੀਰ ਹੁਣ ਇੱਕ ਆਪਣੀ ਸ਼ਕਲ ਗਵਾ ਚੁੱਕਾ ਸਰੀਰ ਹੋ ਚੁੱਕਾ ਹੈ, ਤਾਂ ਉਹ ਰਾਜਾ ਰਿਤੂਪਰਣ ਕੋਲ ਚਲਿਆ ਜਾਂਦਾ ਅਤੇ ਉੱਥੇ ਉਹ ਘੋੜਿਆਂ ਦੇ ਉੱਤੇ ਡਿਊਟੀ ਭਾਵ ਨੌਕਰੀ ਜਿਹੜੀ ਹੈ ਉਹ ਘੋੜਿਆਂ ਦੇ ਰਖਵਾਲੇ ਵਜੋਂ, ਘੋੜਿਆਂ ਦੇ ਵਾਹਕ ਵਜੋਂ ਕਰਨ ਲੱਗ ਜਾਂਦਾ। ਅਤੇ ਉੱਧਰੋਂ ਜਿਹੜੇ ਦਮਯੰਤੀ ਦੇ ਪਿਤਾ ਵੱਲੋਂ ਭੇਜੇ ਹੋਏ ਸਿਪਾਹੀ ਨੇ ਉਹ ਰਾਜਾ ਰਿਤੂਪਰਣ ਕੋਲ ਪਹੁੰਚਦੇ ਨੇ ਅਤੇ ਘੋੜਿਆਂ ਦੇ ਵਾਹਕ ਦੇ ਤੌਰ 'ਤੇ ਜਦੋਂ ਭੇਸ ਬਦਲ ਕੇ ਨਲ ਉੱਥੇ ਰਹਿ ਰਿਹਾ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ, ਸ਼ੱਕ ਪੈ ਜਾਂਦੀ ਹੈ ਕਿ ਸ਼ਾਇਦ ਇਹ ਰਾਜਾ ਨਲ ਹੀ ਹੈ। ਅਤੇ ਦਮਯੰਤੀ ਦੁਬਾਰਾ ਤੋਂ ਸਵੰਬਰ ਰਚਾਉਂਦੀ ਹੈ ਅਤੇ ਉਹਦੇ ਲਈ ਰਿਤੂਪਰਣ ਜਿਹੜਾ ਹੈ ਉਹ ਸਵੰਬਰ ਵਾਸਤੇ ਆਉਣਾ ਚਾਹੁੰਦਾ ਹੈ, ਪਰ ਦਮਯੰਤੀ ਸਿਰਫ ਇੱਕ ਦਿਨ ਦਾ ਸਮਾਂ ਰੱਖਦੀ ਹੈ ਅਤੇ ਉਹਨੂੰ ਅਹਿਸਾਸ ਹੁੰਦਾ ਕਿ ਕੋਈ ਬਹੁਤ ਤੇਜ਼ ਘੋੜੇ ਦੌੜਾਉਣ ਵਾਲਾ ਹੀ ਇੰਨੀ ਛੇਤੀ ਉਹਦੇ ਤੱਕ ਪਹੁੰਚ ਸਕਦਾ। ਹੁੰਦਾ ਕੀ ਹੈ ਕਿ ਜਿਹੜਾ ਰਿਤੂਪਰਣ ਹੈ ਉਹ ਆਪਣੇ ਘੋੜਿਆਂ ਦੇ ਵਾਹਕ ਭਾਵ ਨਲ ਨੂੰ ਕਹਿੰਦਾ ਕਿ ਵੀ ਤੂੰ ਹੁਣ ਛੇਤੀ ਛੇਤੀ ਫਟਾਫਟ ਮੈਨੂੰ ਪਹੁੰਚਦਾ ਕਰ ਦੇ ਤਾਂ ਕਿ ਮੈਂ ਸਵੰਬਰ ਵਿੱਚ ਪਹੁੰਚ ਸਕਾਂ। ਅਤੇ ਜਿਹੜਾ ਨਲ ਹੁੰਦਾ, ਜਿਹਨੇ ਭੇਸ ਬਦਲਿਆ ਹੁੰਦਾ, ਜਿਹੜਾ ਲੱਗ ਹੀ ਨਹੀਂ ਰਿਹਾ ਕਿ ਕਿਸੇ ਟਾਈਮ ਰਾਜਾ ਰਿਹਾ ਹੋਊਗਾ, ਉਹ ਘੋੜੇ ਦੌੜਾ ਕੇ ਰਿਤੂਪਰਣ ਨੂੰ ਸਹੀ ਸਮੇਂ ਦੇ ਉੱਤੇ ਪਹੁੰਚਦਾ ਕਰ ਦਿੰਦਾ। ਅਤੇ ਉਸ ਤੋਂ ਬਾਅਦ ਜਦੋਂ ਨਲ ਨੂੰ ਪਤਾ ਲੱਗਦਾ ਕਿ ਦਮਯੰਤੀ ਨੇ ਸਵੰਬਰ ਰਚਾਇਆ, ਪਹਿਲਾਂ ਤਾਂ ਦੁਖੀ ਹੁੰਦਾ, ਲੇਕਿਨ ਜਦੋਂ ਉਸ ਨੂੰ ਇਹ ਪਤਾ ਲੱਗਦਾ ਕਿ ਦਮਯੰਤੀ ਨੇ ਸਵੰਬਰ ਸਿਰਫ ਉਹਨੂੰ ਹਾਸਲ ਕਰਨ ਲਈ ਅਤੇ ਪਛਾਣਨ ਲਈ ਰਚਾਇਆ, ਤਾਂ ਉਹਦਾ ਮਨ ਜਿਹੜਾ ਹੈ ਉਹ ਬਹੁਤ ਖੁਸ਼ ਹੋ ਜਾਂਦਾ। ਰਿਤੂਪਰਣ ਬਹੁਤ ਖੁਸ਼ ਹੁੰਦਾ ਕਿਉਂਕਿ ਉਹਨੇ ਬੜੇ ਸਮੇਂ ਦੇ ਨਾਲ ਨਲ ਨੇ ਉਸ ਨੂੰ ਇੱਥੇ ਪਹੁੰਚਾ ਦਿੱਤਾ ਅਤੇ ਰਿਤੂਪਰਣ ਜਿਹੜਾ ਹੈ ਉਹ ਜੂਆ ਖੇਡਣ ਦਾ ਮਾਹਰ ਹੈ। ਉਹ ਨਲ ਨੂੰ ਜੂਆ ਖੇਡਣਾ ਸਿਖਾ ਦਿੰਦਾ ਹੈ, ਪਰ ਜਦੋਂ ਪਤਾ ਲੱਗਦਾ ਕਿ ਨਲ ਅਤੇ ਦਮਯੰਤੀ ਅਤੇ ਉਹਨਾਂ ਦੇ ਬੱਚੇ ਇਕੱਠੇ ਹੋ ਗਏ ਨੇ, ਉਹਨਾਂ ਦਾ ਪੁਨਰਮੇਲ ਹੋ ਗਿਆ, ਤਾਂ ਸਾਰੇ ਦੇ ਸਾਰੇ ਬੜੇ ਖੁਸ਼ ਹੋ ਜਾਂਦੇ ਨੇ। ਕੁਝ ਸਮੇਂ ਪਿੱਛੋਂ ਰਾਜਾ ਨਲ ਆਪਣੇ ਭਰਾ ਪੁਸ਼ਕਰ ਕੋਲ ਜਾਂਦਾ ਅਤੇ ਮੁੜ ਉਸ ਨੂੰ ਜੂਆ ਖੇਡਣ ਲਈ ਵੰਗਾਰਦਾ। ਹੁਣ ਰਿਤੂਪਰਣ ਤੋਂ ਜੂਆ ਸਿੱਖਿਆ ਹੋਣ ਕਰਕੇ ਪੁਸ਼ਕਰ ਨਾ ਕੇਵਲ ਆਪਣਾ ਹਾਰਿਆ ਹੋਇਆ ਰਾਜ ਮੁੜ ਜਿੱਤ ਲੈਂਦਾ, ਸਗੋਂ ਪੁਸ਼ਕਰ ਦਾ ਵੀ ਸਾਰਾ ਰਾਜ ਉਹ ਹਾਸਲ ਕਰ ਲੈਂਦਾ। ਪਰ ਰਾਜਾ ਨਲ ਪੁਸ਼ਕਰ ਵਾਂਗ ਦੁਸ਼ਟ ਨਹੀਂ ਹੈ, ਉਹ ਸੱਜਣਤਾ ਦਿਖਾਉਂਦਾ ਅਤੇ ਪੁਸ਼ਕਰ ਨੂੰ ਉਸਦਾ ਰਾਜ ਜਿਹੜਾ ਹੈ ਉਹ ਵਾਪਸ ਕਰ ਦਿੰਦਾ। ਸਾਰੇ ਫਿਰ ਮਹਿਲ ਵਿੱਚ ਖੁਸ਼ੀ-ਖੁਸ਼ੀ ਰਹਿਣ ਲੱਗਦੇ ਨੇ। ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਇਹ ਇੱਕ ਬਹੁਤ ਹੀ ਉੱਤਮ ਮਿੱਥ ਕਥਾ ਹੈ, ਜਿਹੜੀ ਦੋ ਪ੍ਰੇਮੀਆਂ ਦੀ ਗੱਲ ਕਰਦੀ ਹੈ ਜੋ ਇੱਕ ਦੂਜੇ ਦੇ ਪ੍ਰਤੀ ਸਮਰਪਣ ਨੂੰ ਨਿਭਾਉਣ ਲੱਗਦੇ ਨੇ। ਨਲ ਅਤੇ ਦਮਯੰਤੀ ਦੇ ਆਪਸੀ ਪਿਆਰ ਨਾਲ ਰਹਿਣ ਅਤੇ ਇੰਨੇ ਦੁੱਖ ਕਸ਼ਟ ਝੇਲਣ ਤੋਂ ਬਾਅਦ ਵੀ ਇੱਕ ਦੂਜੇ ਨਾਲ ਮਿਲਣ ਦੀ ਗੱਲ ਇਸ ਕਥਾ ਦੀ ਖਾਸੀਅਤ ਹੈ, ਜੋ ਸਾਨੂੰ ਇੱਕ ਦੂਜੇ ਪ੍ਰਤੀ ਪਿਆਰ, ਮੁਹੱਬਤ ਅਤੇ ਸਮਰਪਣ ਦੀ ਭਾਵਨਾ ਪੈਦਾ ਕਰਨ ਦਾ ਸੁਨੇਹਾ ਦਿੰਦੀ ਹੈ।